ਮੇਰਾ ਨਾਂ ਰੇਸ਼ਮਾ ਹੈ। ਮੇਰਾ 16 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ। ਮੇਰੇ ਘਰ ਵਾਲੇ ਦੀ ਉਮਰ 18 ਸਾਲ ਸੀ। ਸਾਡੇ ਖਾਨਦਾਨ ਵਿੱਚ ਕੁੜੀਆਂ ਦਾ ਵਿਆਹ ਘੱਟ ਉਮਰ ਵਿੱਚ ਕਰ ਦਿੰਦੇ ਸੀ। ਪਰ ਰਾਜ ਦੇ ਇੰਨੀ ਛੋਟੀ ਉਮਰ ਵਿੱਚ ਵਿਆਹ ਹੋਣ ਦੇ ਪਿੱਛੇ ਇੱਕ ਕਾਰਨ ਸੀ। ਜਦੋਂ ਰਾਜ 18 ਸਾਲ ਦਾ ਸੀ ਤਾਂ ਉਸ ਦੇ ਘਰ ਇੱਕ ਸੋਹਣੀ ਜਿਹੀ ਭੈਣ ਨੇ ਜਨਮ ਲਿਆ। ਜਦੋਂ ਨੀਲਮ 2 ਸਾਲ ਦੀ ਸੀ ਤਾਂ ਉਹਨਾਂ ਦੇ ਮਾਪਿਓ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਨੀਲਮ ਨੂੰ ਸੰਭਾਲਣਾ ਬਹੁਤ ਮੁਸ਼ਕਲ ਸੀ ਕਿਉਂਕਿ ਰਾਜ ਆਪ ਵੀ ਪੜ੍ਹ ਰਿਹਾ ਸੀ ਤੇ ਉਹਨਾਂ ਦੀ ਮਦਦ ਲਈ ਕੋਈ ਵੀ ਰਿਸ਼ਤੇਦਾਰ ਅੱਗੇ ਨਹੀਂ ਆਇਆ। ਦੋਨੋਂ ਭੈਣ ਭਾਈ ਦੀ ਜ਼ਿੰਮੇਵਾਰੀ ਚੁੱਕਣ ਲਈ ਇੱਕ ਦੂਰ ਦੀ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਰਾਜ ਤੂੰ ਵਿਆਹ ਕਰਵਾ ਲੈ। ਜਦੋਂ ਬਹੂ ਘਰ ਵਿੱਚ ਆਊਗੀ ਤਾਂ ਨੀਲਮ ਨੂੰ ਵੀ ਸੰਭਾਲ ਲਵੇਗੀ। ਇਸ ਲਈ ਰਾਜ ਦਾ ਮੇਰੇ ਨਾਲ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ। ਕਿਉਂਕਿ ਮੇਰੀ ਉਮਰ ਵੀ ਬਹੁਤ ਥੋੜ੍ਹੀ ਸੀ, ਦੁਨੀਆਦਾਰੀ ਦੀ ਕੋਈ ਸਮਝ ਨਹੀਂ ਸੀ। ਜਦੋਂ ਵਿਆਹ ਦੀ ਪਹਿਲੀ ਰਾਤ ਮੈਂ ਰਾਜ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਰਾਜ ਨੇ ਮੇਰੀ ਝੋਲੀ ਵਿੱਚ ਛੋਟੀ ਜਿਹੀ ਨੀਲਮ ਨੂੰ ਪਾ ਦਿੱਤਾ ਤੇ ਕਿਹਾ ਕਿ ਰੇਸ਼ਮਾ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੇਰੀ ਭੈਣ ਨੂੰ ਆਪਣੀ ਧੀ ਸਮਝ, ਇਸ ਨੂੰ ਪਿਆਰ ਕਰੀਂ, ਇਸ ਦੀ ਸੰਭਾਲ ਕਰੀਂ, ਇਸ ਨੂੰ ਕੋਈ ਤਕਲੀਫ ਨਾ ਹੋਵੇ। ਮੈਂ ਵੀ ਨੀਲਮ ਨੂੰ ਆਪਣੀ ਧੀ ਬਣਾ ਲਿਆ ਸੀ ਅਤੇ ਉਸ ਦੀ ਪੂਰੀ ਦੇਖਭਾਲ ਕੀਤੀ। ਪਤਾ ਹੀ ਨਾ ਲੱਗਾ ਕਦੋਂ ਨੀਲਮ 18 ਸਾਲ ਦੀ ਹੋ ਗਈ ਸੀ। ਰੇਸ਼ਮਾ, ਨੀਲਮ ਨਹੀਂ ਆਈ ਅਕੈਡਮੀ ਤੋਂ। ਹਾਲੇ ਮੈਂ ਕੱਪੜੇ ਧੋ ਕੇ ਹੁਣੇ ਫ੍ਰੀ ਹੋਈ ਸੀ। ਰਾਜ ਅੱਜ ਦਫ਼ਤਰ ਨਹੀਂ ਗਏ ਸੀ ਕਿਉਂਕਿ ਉਹਨਾਂ ਦੇ ਬੌਸ ਦੀ ਕੁੜੀ ਦਾ ਵਿਆਹ ਸੀ। ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਉਹ ਸੌਂ ਗਏ ਸੀ ਤੇ ਹੁਣ 5 ਵਜੇ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਬਾਰੇ ਹੀ ਪੁੱਛਿਆ। ਮੈਂ ਹੱਸਦੇ ਹੋਏ ਕਿਹਾ ਕਿ ਰਾਜ, ਤੁਸੀਂ ਬਾਹਰ ਦੀ ਦੁਨੀਆ ਅਤੇ ਆਪਣੇ ਦਫ਼ਤਰ ਵਿੱਚ ਇੰਨੇ ਖੋ ਗਏ ਹੋ ਕਿ ਤੁਹਾਨੂੰ ਪਤਾ ਹੀ ਨਹੀਂ। ਤੁਹਾਡੀ ਭੈਣ ਅਕੈਡਮੀ ਤੋਂ ਹਰ ਰੋਜ਼ ਲੇਟ ਆਉਂਦੀ ਹੈ। ਲੇਟ ਆਉਂਦੀ ਹੈ? ਰਾਜ ਨੇ ਮੇਰੀ ਗੱਲ ਤੋਂ ਇੱਕਦਮ ਹੈਰਾਨ ਹੋ ਕੇ ਕਹਿਣ ਲੱਗੇ, ਕੀ ਮਤਲਬ ਹੈ ਤੇਰਾ? ਮੈਂ ਕਿਹਾ, ਮਤਲਬ ਕੋਈ ਨਹੀਂ, ਕਿਉਂਕਿ ਮੈਨੂੰ ਨੀਲਮ ਨੇ ਦੱਸ ਰੱਖਿਆ ਹੈ ਕਿ ਉਸ ਨੂੰ ਛੁੱਟੀ ਲੇਟ ਹੁੰਦੀ ਹੈ, ਇਸ ਲਈ ਉਹ ਲੇਟ ਆਉਂਦੀ ਹੈ। ਰਾਜ ਮੇਰੀ ਗੱਲ ਤੋਂ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਕਿ ਰੇਸ਼ਮਾ, ਤੂੰ ਮੈਨੂੰ ਇਸ ਗੱਲ ਬਾਰੇ ਕਦੀ ਨਹੀਂ ਦੱਸਿਆ ਤੇ ਕਿਉਂ ਨਹੀਂ ਦੱਸਿਆ? ਮੈਂ ਕਿਹਾ, ਰਾਜ, ਇਸ ਵਿੱਚ ਦੱਸਣ ਵਾਲੀ ਕੀ ਗੱਲ ਹੈ? ਜਦੋਂ ਉਸ ਨੂੰ ਛੁੱਟੀ ਹੀ ਲੇਟ ਆਉਂਦੀ ਹੈ, ਉਹ ਲੇਟ ਹੀ ਘਰ ਆਵੇਗੀ। ਏਦਾਂ ਤਾਂ ਨਹੀਂ ਕਿ ਉਹ ਰਾਤ ਨੂੰ ਆਉਂਦੀ ਹੈ। ਸ਼ਾਮ ਹੁੰਦੇ ਹੁੰਦੇ ਨੀਲਮ ਘਰ ਆ ਜਾਂਦੀ ਹੈ ਤੇ ਮੈਂ ਤੁਹਾਨੂੰ ਉਸ ਦੀ ਸ਼ਿਕਾਇਤ ਕਰਕੇ ਉਸ ਦੇ ਖਿਲਾਫ ਕੰਨ ਕਿਉਂ ਭਰਾਂ? ਮੈਨੂੰ ਰਾਜ ਦੀ ਗੱਲ ਬਿਲਕੁਲ ਚੰਗੀ ਨਹੀਂ ਸੀ ਲੱਗੀ, ਇਸ ਲਈ ਮੇਰੀ ਆਵਾਜ਼ ਵਿੱਚ ਥੋੜ੍ਹਾ ਗੁੱਸਾ ਆ ਗਿਆ ਸੀ ਕਿਉਂਕਿ ਮੈਨੂੰ ਇਹੋ ਜਿਹੇ ਆਦਮੀ ਬਿਲਕੁਲ ਪਸੰਦ ਨਹੀਂ ਜੋ ਔਰਤਾਂ ਦੇ ਉੱਤੇ ਹੁਕਮ ਕਰਦੇ ਨੇ ਤੇ ਉਹਨਾਂ ਦੇ ਉੱਤੇ ਬੇਫਜ਼ੂਲ ਦਾ ਰੋਅਬ ਕਰਦੇ ਨੇ। ਮੈਨੂੰ ਗੁੱਸੇ ਵਿੱਚ ਦੇਖ ਕੇ ਰਾਜ ਥੋੜ੍ਹਾ ਨਰਮ ਹੋ ਗਏ ਤੇ ਕਹਿਣ ਲੱਗੇ, ਰੇਸ਼ਮਾ, ਤੈਨੂੰ ਤਾਂ ਪਤਾ ਹੀ ਹੈ ਕਿ ਉਸ ਦੀ ਮਾਂ ਨਹੀਂ ਹੈ। ਜਦੋਂ ਤੂੰ ਇਸ ਘਰ ਵਿੱਚ ਆਈ ਸੀ ਤਾਂ ਮੈਂ ਤੇਰੀ ਝੋਲੀ ਵਿੱਚ ਉਸ ਨੂੰ ਪਾ ਕੇ ਕਿਹਾ ਸੀ ਕਿ ਇਸ ਨੂੰ ਆਪਣੀ ਧੀ ਬਣਾ ਕੇ ਪਾਲਣਾ ਹੈ। ਤੈਨੂੰ ਉਸ ਦੀ ਮਾਂ ਦਾ ਦਰਜਾ ਦਿੱਤਾ ਸੀ ਅਤੇ ਮਾਂ ਕਦੇ ਵੀ ਆਪਣੇ ਬੱਚੇ ਦੀ ਗਲਤੀਆਂ 'ਤੇ ਪਰਦਾ ਨਹੀਂ ਪਾਉਂਦੀ। ਮੈਂ ਪਿਆਰ ਨਾਲ ਰਾਜ ਨੂੰ ਸਮਝਾਉਂਦੇ ਹੋਏ ਕਿਹਾ ਕਿ ਰਾਜ, ਨੀਲਮ ਹਜੇ ਬੱਚੀ ਹੈ। ਜੇ ਆਪਾਂ ਉਸ ਦੇ ਨਾਲ ਜ਼ੋਰ ਜ਼ਬਰਦਸਤੀ ਕਰਾਂਗੇ, ਜ਼ਿਆਦਾ ਟੋਕਾ ਟਾਕੀ ਕਰਾਂਗੇ ਤਾਂ ਉਹ ਵਿਗੜ ਵੀ ਸਕਦੀ ਹੈ। ਉਸ 'ਤੇ ਜ਼ਿਆਦਾ ਪਾਬੰਦੀਆਂ ਲਾਉਣੀਆਂ ਠੀਕ ਨਹੀਂ ਹਨ। ਮੈਂ ਨੀਲਮ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਹੈ, ਪਰ ਮੈਂ ਉਸ 'ਤੇ ਪੂਰੀ ਨਜ਼ਰ ਵੀ ਰੱਖਦੀ ਹਾਂ। ਤੁਹਾਨੂੰ ਕਦੀ ਲੱਗਿਆ ਹੈ ਕਿ ਮੈਂ ਗਲਤ ਸਾਬਤ ਹੋ ਰਹੀ ਹਾਂ ਜਾਂ ਫਿਰ ਨੀਲਮ ਨੇ ਤੁਹਾਡੇ ਕੋਲ ਮੇਰੀ ਸ਼ਿਕਾਇਤ ਕੀਤੀ ਹੋਵੇ ਕਿ ਮੈਂ ਉਸ ਨੂੰ ਤੰਗ ਕਰਦੀ ਹਾਂ? ਰਾਜ ਨੇ ਮੇਰੀ ਗੱਲ ਸੁਣ ਕੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਰਾਜ ਬੋਲੇ, ਨਹੀਂ ਰੇਸ਼ਮਾ, ਮੈਨੂੰ ਤੇਰੇ 'ਤੇ ਪੂਰਾ ਭਰੋਸਾ ਹੈ। ਤੂੰ ਇੱਕ ਚੰਗੀ ਮਾਂ ਸਾਬਤ ਹੋਈ ਹੈ ਤੇ ਚੰਗਾ ਬਾਬਾ, ਜੋ ਮਰਜ਼ੀ ਕਰ ਆਪਣੀ ਧੀ ਨਾਲ, ਪਰ ਮੈਨੂੰ ਤਾਂ ਭੁੱਖਾ ਨਾ ਮਾਰ। ਦੁਪਹਿਰੇ ਵੀ ਕੁਝ ਹਲਕਾ ਫੁਲਕਾ ਹੀ ਖਾਇਆ ਸੀ। ਮੈਨੂੰ ਕੁਝ ਖਾਣ ਨੂੰ ਦੇ, ਬਹੁਤ ਭੁੱਖ ਲੱਗੀ ਹੈ। ਪਰ ਰਾਜ ਨੂੰ ਦੇਖਣ ਤੋਂ ਲੱਗਦਾ ਸੀ ਜਿੱਦਾਂ ਉਹ ਮੇਰੀ ਗੱਲਾਂ ਤੋਂ ਸੰਤੁਸ਼ਟ ਨਹੀਂ ਸੀ। ਮੈਂ ਉਸ ਲਈ ਚਾਹ ਦੇ ਨਾਲ ਕੁਝ ਸਨੈਕਸ ਲੈ ਆਈ। ਰਾਤ ਦੇ 7 ਵੱਜ ਚੁੱਕੇ ਸੀ। ਨੀਲਮ ਆ ਚੁੱਕੀ ਸੀ। ਰਾਜ ਦੇ ਚਿਹਰੇ ਤੋਂ ਲੱਗਦਾ ਸੀ ਜਿੱਦਾਂ ਉਹ ਨੀਲਮ ਨੂੰ ਕੁਝ ਪੁੱਛਣਾ ਚਾਹੁੰਦੇ ਸੀ, ਪਰ ਮੇਰੀ ਵਜ੍ਹਾ ਕਰਕੇ ਨਹੀਂ ਪੁੱਛ ਰਹੇ ਸੀ। ਬਸ ਇੰਨਾ ਹੀ ਕਿਹਾ ਕਿ 5 ਵਜੇ ਤੱਕ ਘਰ ਆ ਜਾਇਆ ਕਰ। ਨੀਲਮ ਨੇ ਕੁਝ ਨਾ ਕਿਹਾ, ਬਸ ਹਾਂ ਵੀ ਸਿਰ ਹਿਲਾ ਦਿੱਤਾ। ਪਰ ਅੱਜ ਨੀਲਮ ਮੈਨੂੰ ਚੁੱਪ ਲੱਗ ਰਹੀ ਸੀ। ਅੱਗੇ ਤਾਂ ਜਦੋਂ ਅਕੈਡਮੀ ਤੋਂ ਆਉਂਦੀ ਸੀ ਤੇ ਮੈਨੂੰ ਆਪਣੀ ਸਹੇਲੀਆਂ ਦੀਆਂ ਗੱਲਾਂ ਦੱਸਦੀ ਸੀ, ਪਰ ਅੱਜ ਉਹ ਬਿਲਕੁਲ ਚੁੱਪ ਸੀ। ਮੈਂ ਸੋਚਿਆ ਸ਼ਾਇਦ ਉਸ ਨੂੰ ਰਾਜ ਦੀ ਗੱਲ ਬੁਰੀ ਲੱਗੀ, ਪਰ ਮੈਂ ਨੀਲਮ ਨੂੰ ਸਮਝਾਉਣ ਦੇ ਲਈ ਕਿਹਾ ਕਿ ਨੀਲਮ, ਆਪਣੇ ਭਰਾ ਦੀ ਗੱਲ ਦਾ ਗੁੱਸਾ ਨਾ ਕਰੀਂ। ਉਹ ਤਾਂ ਤੇਰੀ ਫਿਕਰ ਕਰਦੇ ਨੇ ਕਿ ਜ਼ਿਆਦਾ ਹਨੇਰਾ ਹੋ ਜਾਂਦਾ, ਤੈਨੂੰ ਕਿਤੇ ਦਿੱਕਤ ਨਾ ਹੋਵੇ,
ਇਸ ਲਈ ਉਹਨਾਂ ਨੇ ਤੈਨੂੰ ਕਹਿ ਦਿੱਤਾ। ਪਰ ਮੇਰੀ ਗੱਲ ਨੀਲਮ ਨੇ ਅਣਸੁਣੀ ਕਰ ਦਿੱਤੀ। ਮੈਨੂੰ ਉਸ ਦੀ ਫਿਕਰ ਹੋਣ ਲੱਗੀ। ਮੈਂ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਕੀ ਗੱਲ ਹੈ ਨੀਲਮ, ਤੂੰ ਮੈਨੂੰ ਉਦਾਸ ਲੱਗ ਰਹੀ ਹੈ। ਉਸ ਨੇ ਮੈਨੂੰ ਗੁੱਸੇ ਵਿੱਚ ਕਿਹਾ, ਕੀ ਹੈ ਭਾਬੀ, 2 ਮਿੰਟ ਤਾਂ ਸਕੂਨ ਨਾਲ ਬਹਿ ਜਾਣ ਦਿਆ ਕਰੋ। ਤੁਹਾਡੀ ਹਰ ਸਮੇਂ ਦੀ ਸਵਾਲਾਂ ਤੋਂ ਮੈਂ ਤੰਗ ਆ ਚੁੱਕੀ ਹਾਂ। ਇੱਕ ਵਾਰੀ ਕਹਿ ਤਾਂ ਦਿੱਤਾ ਕਿ ਕੋਈ ਪ੍ਰੋਬਲਮ ਨਹੀਂ ਹੈ, ਪਰ ਤੁਸੀਂ ਤਾਂ ਮੇਰੇ ਪਿੱਛੇ ਹੱਥ ਧੋ ਕੇ ਹੀ ਪੈ ਗਏ ਹੋ। ਇਹ ਕਹਿ ਕੇ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ। ਇਸ ਤੋਂ ਪਹਿਲਾਂ ਕਦੀ ਉਸਨੇ ਏਦਾਂ ਦੀ ਗੱਲ ਨਹੀਂ ਕੀਤੀ ਸੀ। ਇਹ ਤਾਂ ਸ਼ੁਕਰ ਸੀ ਕਿ ਰਾਜ ਕਮਰੇ 'ਚੋਂ ਪਹਿਲਾਂ ਹੀ ਚਲੇ ਗਈ ਸੀ, ਨਹੀਂ ਤਾਂ ਘਰ ਵਿੱਚ ਪਤਾ ਨਹੀਂ ਕੀ ਹੰਗਾਮਾ ਖੜਾ ਹੋ ਜਾਂਦਾ। ਮੇਰੇ ਅੰਦਰੋਂ ਕਿਸੇ ਨੇ ਮੈਨੂੰ ਨੀਲਮ ਦੇ ਖਿਲਾਫ ਭੜਕਾਉਣ ਲਈ ਕਿਹਾ, ਪਰ ਮੈਂ ਆਪਣੇ ਦਿਲ ਨੂੰ ਸਮਝਾਇਆ। ਮੈਂ ਸੋਚਿਆ ਕਿ ਸ਼ਾਇਦ ਬੱਚੀ ਪੜ੍ਹਾਈ ਕਰਕੇ ਪਰੇਸ਼ਾਨ ਹੋਵੇਗੀ, ਕਿਉਂਕਿ ਨੀਲਮ ਤਾਂ ਕਦੀ ਵੀ ਇਦਾਂ ਦੀ ਨਹੀਂ ਸੀ। ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਰਾਜ ਨੇ ਮੈਨੂੰ ਕਿਹਾ ਕਿ ਰੇਸ਼ਮਾ, ਇਹ ਕੀ ਹੋ ਰਿਹਾ ਸੀ? ਨੀਲਮ ਤੇਰੇ ਨਾਲ ਕਿੱਦਾਂ ਗੱਲ ਕਰ ਰਹੀ ਸੀ? ਮੈਂ ਹੁਣੇ ਜਾ ਕੇ ਉਸ ਨੂੰ ਪੁੱਛਦਾ ਹਾਂ ਕਿ ਵੱਡਿਆਂ ਨਾਲ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ। ਮੈਂ ਬੜੀ ਮੁਸ਼ਕਲ ਦੇ ਨਾਲ ਰਾਜ ਨੂੰ ਸਮਝਾਇਆ। ਉਹ ਮੇਰੀ ਗੱਲ ਮੰਨ ਤਾਂ ਗਏ ਸੀ, ਪਰ ਮੈਨੂੰ ਕਹਿਣ ਲੱਗੇ ਕਿ ਰੇਸ਼ਮਾ, ਤੂੰ ਕੱਲ੍ਹ ਨੂੰ ਨੀਲਮ ਦੇ ਨਾਲ ਨਾਰਾਜ਼ ਹੀ ਰਹੀਂ। ਇੰਨੀ ਜਲਦੀ ਨਾ ਮੰਨ ਜਾਈਂ, ਨਹੀਂ ਤਾਂ ਉਹ ਸਮਝੇਗੀ ਕਿ ਤੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਤੇ ਅੱਗੇ ਤੋਂ ਤੇਰੀ ਇੱਜ਼ਤ ਨਹੀਂ ਕਰੇਗੀ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ, ਪਰ ਮੈਨੂੰ ਆਪਣੇ ਘਰ ਵਾਲੇ 'ਤੇ ਹੋਰ ਵੀ ਜ਼ਿਆਦਾ ਪਿਆਰ ਆਇਆ ਅਤੇ ਉਸ ਦੀ ਇੱਜ਼ਤ ਮੇਰੇ ਦਿਲ ਵਿੱਚ ਵੱਧ ਗਈ। ਸੱਚ ਹੀ ਕਹਿੰਦੇ ਨੇ ਕਿ ਇੱਕ ਘਰਵਾਲਾ ਹੀ ਆਪਣੀ ਘਰਵਾਲੀ ਦੀ ਇੱਜ਼ਤ ਕਰਵਾ ਸਕਦਾ ਹੈ। ਨਹੀਂ ਤਾਂ ਮੈਂ ਸੋਚ ਰਹੀ ਸੀ ਕਿ ਕੱਲ੍ਹ ਤੋਂ ਨੀਲਮ ਦੇ ਨਾਲ ਨੋਰਮਲ ਹੀ ਰਹਾਂਗੀ, ਜਿਸ ਨਾਲ ਉਸ ਦਾ ਮੂਡ ਠੀਕ ਹੋ ਜਾਵੇ। ਪਰ ਰਾਜ ਦੀਆਂ ਗੱਲਾਂ ਨਾਲ ਮੈਨੂੰ ਲੱਗਾ ਕਿ ਉਹ ਸਹੀ ਕਹਿ ਰਹੇ ਨੇ। ਜੇ ਮੈਂ ਹੁਣ ਛੇਤੀ ਮੰਨ ਗਈ ਤਾਂ ਉਹ ਅੱਗੇ ਤੋਂ ਮੈਨੂੰ ਹੋਰ ਵੀ ਜਵਾਬ ਦੇਵੇਗੀ। ਅਗਲੇ ਦਿਨ ਮੈਂ ਸਵੇਰੇ ਉੱਠੀ। ਉਹ ਆਪਣੇ ਕਾਲਜ ਜਾਣ ਲਈ ਤਿਆਰ ਹੋ ਰਹੀ ਸੀ। ਮੈਂ ਜਲਦੀ ਨਾਲ ਨਾਸ਼ਤਾ ਬਣਾ ਕੇ ਟੇਬਲ 'ਤੇ ਰੱਖ ਦਿੱਤਾ। ਅੱਗੇ ਉਹ ਨਾਸ਼ਤਾ ਮੇਰੇ ਕੋਲ ਰਸੋਈ ਵਿੱਚ ਹੀ ਕਰਦੀ ਸੀ। ਅੱਜ ਜਦੋਂ ਉਸਨੇ ਨਾਸ਼ਤਾ ਟੇਬਲ 'ਤੇ ਦੇਖਿਆ ਤਾਂ ਬਹਾਨੇ ਨਾਲ ਪਲੇਟ ਲੈ ਕੇ ਰਸੋਈ ਵਿੱਚ ਆ ਗਈ ਤੇ ਕਹਿਣ ਲੱਗੀ, ਭਾਬੀ, ਮੈਨੂੰ ਇੱਕ ਹੋਰ ਪਰੌਂਠਾ ਚਾਹੀਦਾ ਹੈ, ਜਦੋਂ ਕਿ ਉਹ ਹਮੇਸ਼ਾ ਇੱਕ ਹੀ ਪਰੌਂਠਾ ਖਾਂਦੀ ਸੀ। ਫਿਰ ਮੈਨੂੰ ਕਹਿਣ ਲੱਗੀ ਕਿ ਭਾਬੀ, ਅੱਜ ਦੁਪਹਿਰੇ ਕੀ ਬਣਾਉਣਾ ਹੈ? ਮੈਂ ਕਿਹਾ, ਪਤਾ ਨਹੀਂ। ਜਦੋਂ ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਮੈਨੂੰ ਉਸ ਦਾ ਚਿਹਰਾ ਉਤਰਿਆ ਲੱਗਾ। ਸ਼ਾਇਦ ਨੀਲਮ ਨੂੰ ਅਹਿਸਾਸ ਸੀ ਕਿ ਉਸਨੇ ਮੇਰੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਹੈ। ਮੈਂ ਉਸ ਨੂੰ ਇਗਨੋਰ ਕਰਦੀ ਹੋਈ ਆਪਣੇ ਕਮਰੇ ਵਿੱਚ ਆ ਗਈ ਅਤੇ ਉਹ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆਈ। ਮੈਂ ਕੁਝ ਪੈਸੇ ਉਸ ਵੱਲ ਨੂੰ ਕਰ ਦਿੱਤੇ। ਉਸਨੇ ਪੈਸੇ ਨਹੀਂ ਫੜੇ, ਪਰ ਮੇਰੇ ਗਲੇ ਲੱਗ ਗਈ ਤੇ ਰੋਣ ਲੱਗੀ ਕਿ ਭਾਬੀ, ਮੈਨੂੰ ਮਾਫ਼ ਕਰ ਦਿਓ। ਕੱਲ੍ਹ ਪਤਾ ਨਹੀਂ ਮੇਰੇ ਤੋਂ ਕੀ ਹੋ ਗਿਆ ਸੀ ਜੋ ਮੈਂ ਤੁਹਾਡੇ ਨਾਲ ਇੱਦਾਂ ਗੱਲ ਕੀਤੀ। ਵਿੱਚੋਂ ਵਿੱਚ ਤਾਂ ਮੈਨੂੰ ਵੀ ਉਸ ਦੀ ਫਿਕਰ ਹੋ ਰਹੀ ਸੀ, ਤਾਂ ਵੀ ਮੈਨੂੰ ਮਾਂ ਦੀ ਬਹੁਤ ਯਾਦ ਆ ਰਹੀ ਸੀ ਅਤੇ ਮੇਰੀ ਬਹੁਤ ਚੰਗੀ ਸਹੇਲੀ ਵੀ ਮੇਰੇ ਨਾਲ ਰੁੱਸੀ ਹੋਈ ਸੀ। ਇਸ ਲਈ ਮੇਰਾ ਮੂਡ ਖਰਾਬ ਸੀ। ਮੈਂ ਤੁਹਾਡੇ ਨਾਲ ਇੱਦਾਂ ਗੱਲ ਕੀਤੀ। ਤੁਸੀਂ ਮੈਨੂੰ ਮਾਫ਼ ਕਰ ਦਿਓ। ਇੰਨਾ ਕਹਿ ਕੇ ਉਹ ਉੱਚੀ-ਉੱਚੀ ਰੋਣ ਲੱਗੀ। ਮੈਂ ਉਸ ਨੂੰ ਚੁੱਪ ਕਰਾਉਂਦੇ ਹੋਏ ਕਿਹਾ, ਨੀਲਮ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ। ਮੈਂ ਤੇਰੇ ਨਾਲ ਨਾਰਾਜ਼ ਨਹੀਂ ਹਾਂ। ਬਸ ਮੈਂ ਤੈਨੂੰ ਅਹਿਸਾਸ ਕਰਾਉਣਾ ਚਾਹੁੰਦੀ ਸੀ ਕਿ ਤੇਰਾ ਵਿਵਹਾਰ ਮੇਰੇ ਨਾਲ ਕੱਲ੍ਹ ਗਲਤ ਸੀ। ਮੇਰੀਆਂ ਗੱਲਾਂ ਨਾਲ ਉਹ ਖੁਸ਼ ਹੋ ਗਈ ਤੇ ਕਾਲਜ ਵਿੱਚ ਚਲੀ ਗਈ। ਉਸ ਨੂੰ ਖੁਸ਼ ਦੇਖ ਕੇ ਮੈਂ ਵੀ ਬਹੁਤ ਖੁਸ਼ ਸੀ। ਉਸ ਦੇ ਨਾਲ ਇੰਨਾ ਸਖਤ ਵਰਤਾਓ ਕਰਨਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਮੈਂ ਉਸ ਨੂੰ ਆਪਣੀ ਧੀ ਵਾਂਗ ਪਾਲਿਆ ਸੀ। ਪਰਮਾਤਮਾ ਨੇ ਮੈਨੂੰ ਔਲਾਦ ਦਾ ਸੁੱਖ ਬਖਸ਼ਿਆ ਸੀ, ਪਰ ਮੈਂ ਉਸ ਨੂੰ ਹੀ ਆਪਣੀ ਔਲਾਦ ਵਾਂਗ ਸਾਰੇ ਲਾਡ ਪਿਆਰ ਕਰਦੀ ਸੀ। ਕੁਝ ਦਿਨਾਂ ਤੋਂ ਮੈਂ ਨੋਟਿਸ ਕਰ ਰਹੀ ਸੀ ਕਿ ਨੀਲਮ ਕਾਲਜ ਜਾਣ ਤੋਂ ਬਾਅਦ ਦੁਪਹਿਰ ਨੂੰ ਘਰ ਨਹੀਂ ਸੀ ਆਉਂਦੀ। ਕਾਲਜ ਤੋਂ ਸਿੱਧਾ ਹੀ ਅਕੈਡਮੀ ਚਲੀ ਜਾਂਦੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ, ਭਾਬੀ, ਇਮਤਿਹਾਨ ਸਿਰ 'ਤੇ ਹੈ। ਮੈਂ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰਕੇ ਆਪਣੇ ਕਾਲਜ ਦੇ ਵਿੱਚ ਟੌਪ ਕਰਨਾ ਚਾਹੁੰਦੀ ਹਾਂ। ਸ਼ਾਮ ਨੂੰ 7 ਵਜੇ ਨੂੰ ਨੀਲਮ ਘਰ ਆ ਜਾਂਦੀ ਸੀ, ਪਰ ਮੈਂ ਨੋਟਿਸ ਕਰ ਰਹੀ ਸੀ ਕਿ ਜਦੋਂ ਆਉਂਦੀ ਸੀ ਤਾਂ ਬਹੁਤ ਥੱਕੀ-ਥੱਕੀ ਲੱਗਦੀ ਸੀ। ਫਿਰ ਮੈਂ ਸੋਚਿਆ ਕਿ 2 ਜਗ੍ਹਾ ਪੜ੍ਹਾਈ ਕਰਕੇ ਆਉਂਦੀ ਹੈ, ਸ਼ਾਇਦ ਇਸ ਲਈ ਮੈਨੂੰ ਲੱਗਦਾ ਹੈ। ਅੱਜ ਰਾਜ ਦੀ ਮਾਸੀ ਦੀ ਕੁੜੀ ਸਾਡੇ ਘਰ ਆਈ ਸੀ। ਸਾਡੇ ਘਰ ਜਿਹੜਾ ਵੀ ਕੋਈ ਮਹਿਮਾਨ ਆਉਂਦਾ, ਮੈਂ ਉਸ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੀ ਸੀ, ਪਰ ਉਹ ਮਹਿਮਾਨ ਮੇਰਾ ਦਿਲ ਤੋੜੇ ਬਿਨਾਂ ਨਹੀਂ ਜਾਂਦਾ ਸੀ। ਅੱਜ ਵੀ ਰੇਨੂ ਦੀਦੀ ਨੇ ਕਿਹਾ ਕਿ ਰਾਜ ਵੀਰੇ, ਤੁਸੀਂ ਵਿਆਹ ਕਿਉਂ ਨਹੀਂ ਕਰਵਾ ਲੈਂਦੇ? ਭਾਬੀ ਹੁਣ ਮਾਂ ਨਹੀਂ ਬਣ ਸਕਦੀ। ਉਸ ਨੇ ਮੈਨੂੰ ਏਡੀ ਵੱਡੀ ਗੱਲ ਕਹਿ ਦਿੱਤੀ ਸੀ। ਜੇ ਪਰਮਾਤਮਾ ਨੇ ਉਸ ਨੂੰ ਔਲਾਦ ਦੀ ਖੁਸ਼ੀ ਦੇਣੀ ਹੁੰਦੀ ਤਾਂ ਕਦੋਂ ਦੀ ਦੇ ਦਿੰਦਾ। ਤੁਸੀਂ ਵੀ ਤਾਂ ਇਨਸਾਨ ਹੋ, ਤੁਹਾਡਾ ਵੀ ਤਾਂ ਦਿਲ ਕਰਦਾ ਹੈ ਆਪਣੀ ਔਲਾਦ ਨੂੰ ਆਪਣੀ ਗੋਦੀ ਵਿੱਚ ਖਿਡਾਉਣ ਨੂੰ। ਉਸ ਦੀ ਇਸ ਗੱਲ ਨੇ ਮੇਰਾ ਦਿਲ ਤੋੜ ਦਿੱਤਾ। ਮੈਂ ਆਪਣੀਆਂ ਭੇਜੀਆਂ ਅੱਖਾਂ ਨਾਲ ਰਾਜ ਵੱਲ ਦੇਖਿਆ ਤਾਂ ਰਾਜ ਨੇ ਮੈਨੂੰ ਅੱਖਾਂ ਹੀ ਅੱਖਾਂ ਵਿੱਚ ਤਸੱਲੀ ਦਿੰਦਿਆਂ ਹੋਇਆਂ
ਰੇਨੂ ਦੀਦੀ ਨੂੰ ਕਿਹਾ ਕਿ ਰੇਨੂ, ਮੈਂ ਦੂਜਾ ਵਿਆਹ ਕਰਵਾਉਣ ਦਾ ਕਦੀ ਸੋਚਿਆ ਵੀ ਨਹੀਂ ਤੇ ਨਾ ਹੀ ਕਰਵਾਉਣਾ ਹੈ, ਕਿਉਂਕਿ ਰੇਸ਼ਮਾ ਦੇ ਇੰਨੇ ਸਾਲਾਂ ਦਾ ਪਿਆਰ ਤੇ ਵਫ਼ਾਦਾਰੀ ਨੂੰ ਮੈਂ ਨਹੀਂ ਭੁੱਲ ਸਕਦਾ। ਰਾਜ ਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਉਸ ਲਈ ਬਹੁਤ ਜ਼ਿਆਦਾ ਪਿਆਰ ਆਇਆ। ਰਾਜ ਬਹੁਤ ਚੰਗਾ ਪਤੀ ਸਾਬਤ ਹੋਇਆ ਸੀ। ਉਹ ਮੇਰਾ ਬਹੁਤ ਧਿਆਨ ਰੱਖਦਾ ਸੀ ਤੇ ਮੈਨੂੰ ਬਹੁਤ ਪਿਆਰ ਕਰਦਾ ਸੀ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਉਸ ਦੀ ਗੱਲ ਨਾਲ ਮੇਰੀ ਅੱਖਾਂ ਵਿੱਚ ਪਾਣੀ ਨਾ ਆਇਆ ਹੋਵੇ। ਮੈਂ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤਾਂ ਮੇਰਾ ਧਿਆਨ ਦੂਰ ਬੈਠੀ ਨੀਲਮ ਤੇ ਪਿਆ, ਜੋ ਕਿ ਸਾਡੀਆਂ ਗੱਲਾਂ ਦੇ ਵਿੱਚ ਦਿਲਚਸਪੀ ਲੈ ਰਹੀ ਸੀ ਅਤੇ ਆਪਣਾ ਮੂੰਹ ਬਣਾ ਰਹੀ ਸੀ। ਲੱਗਦਾ ਸੀ ਜਿਵੇਂ ਅੰਦਰ ਹੀ ਅੰਦਰ ਗੁੱਸੇ ਨਾਲ ਕੰਬ ਰਹੀ ਹੋਵੇ। ਮੈਨੂੰ ਲੱਗਿਆ ਸ਼ਾਇਦ ਨੀਲਮ ਨੂੰ ਆਪਣੇ ਭਰਾ ਦੀ ਗੱਲ ਚੰਗੀ ਨਹੀਂ ਲੱਗੀ, ਪਰ ਮੈਂ ਆਪਣੇ ਦਿਲ ਵਿੱਚ ਕੋਈ ਵੀ ਮਾੜਾ ਖਿਆਲ ਨਹੀਂ ਲੈ ਕੇ ਆਉਣਾ ਚਾਹੁੰਦੀ ਸੀ। ਇਸ ਲਈ ਮੈਂ ਇਸ ਖਿਆਲ ਨੂੰ ਆਪਣੇ ਦਿਲ ਵਿੱਚੋਂ ਕੱਢ ਦਿੱਤਾ। ਰੇਨੂ ਦੀਦੀ ਆਪਣਾ ਮੂੰਹ ਬਣਾ ਕੇ ਬਿਨਾਂ ਰੋਟੀ ਖਾਏ ਜਾ ਚੁੱਕੀ ਸੀ, ਪਰ ਮੇਰਾ ਧਿਆਨ ਨੀਲਮ ਵੱਲ ਜਾ ਰਿਹਾ ਸੀ, ਜੋ ਗੁੱਸੇ ਵਿੱਚ ਆਪਣੀਆਂ ਕਿਤਾਬਾਂ ਸੈੱਟ ਕਰ ਰਹੀ ਸੀ ਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਰਾਤ ਨੂੰ ਜਦੋਂ ਮੈਨੂੰ ਪਿਆਸ ਲੱਗੀ ਤਾਂ ਮੈਂ ਪਾਣੀ ਲੈਣ ਲਈ ਰਸੋਈ ਵਿੱਚ ਆਈ ਤਾਂ ਮੈਂ ਦੇਖਿਆ ਕਿ ਨੀਲਮ ਦੇ ਕਮਰੇ ਦੀ ਬੱਤੀ ਜਲ ਰਹੀ ਸੀ, ਜਦੋਂ ਕਿ ਰਾਤ ਦੇ 1 ਵਜੇ ਸੀ। ਉਸਨੇ ਸਵੇਰੇ ਕਾਲਜ ਵੀ ਤਾਂ ਜਾਣਾ ਸੀ। ਮੈਂ ਬਹੁਤ ਹੈਰਾਨ ਹੋਈ ਜਦੋਂ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਖੜਖਟਾਇਆ। ਉਸਨੇ ਦਰਵਾਜ਼ਾ ਖੋਲ੍ਹਣ ਲਈ 2-3 ਮਿੰਟ ਲਾ ਦਿੱਤੇ ਅਤੇ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ, ਮੈਂ ਉਸਦੀ ਹਾਲਤ ਦੇਖ ਕੇ ਦੰਗ ਰਹਿ ਗਈ। ਉਸਦੇ ਵਾਲ ਖਿੱਲਰੇ ਹੋਏ ਸਨ ਤੇ ਅੱਖਾਂ ਵੀ ਬਹੁਤ ਲਾਲ ਸੀ। ਮੈਂ ਉਸਨੂੰ ਅੱਗੇ ਵੱਧ ਕੇ ਗਲ ਨਾਲ ਲਾ ਲਿਆ ਕਿ ਨੀਲਮ ਪੁੱਤ, ਕੀ ਗੱਲ ਹੈ? ਜੇਕਰ ਇੰਨੀ ਦੇਰ ਤੱਕ ਜਾਗੇਗੀ ਤਾਂ ਇਹੋ ਹਾਲ ਹੋਣਾ ਹੈ। ਤੂੰ ਇੰਨੀ ਦੇਰ ਤੱਕ ਨਾ ਜਾਗਿਆ ਕਰ। ਚੰਗੇ ਨੰਬਰ ਤੇਰੀ ਸਿਹਤ ਤੋਂ ਉੱਪਰ ਨਹੀਂ। ਸ਼ਾਮ ਨੂੰ ਜਲਦੀ ਸੋਇਆ ਕਰ। ਆਪਣੀ ਸਿਹਤ ਦਾ ਧਿਆਨ ਰੱਖ। ਇੰਨੀ ਗੱਲ ਸੁਣ ਕੇ ਉਹ ਰੋਣ ਲੱਗ ਪਈ। ਮੈਨੂੰ ਹੋਰ ਚਿੰਤਾ ਹੋ ਗਈ। ਮੈਂ ਕਿਹਾ, ਨੀਲਮ, ਕੀ ਗੱਲ ਹੈ? ਮੈਨੂੰ ਲੱਗਦਾ ਤੂੰ ਰੋਂਦੀ ਰਹੀ ਹੈ, ਇਸ ਲਈ ਤੇਰੀਆਂ ਅੱਖਾਂ ਲਾਲ ਨੇ। ਮੈਂ ਉਸਨੂੰ ਪੁੱਛਿਆ, ਕੀ ਗੱਲ ਹੈ, ਮੈਨੂੰ ਦੱਸ। ਤਾਂ ਕਹਿਣ ਲੱਗੀ ਕਿ ਭਾਬੀ, ਕੋਈ ਖਾਸ ਗੱਲ ਨਹੀਂ ਹੈ, ਬਸ ਮੈਨੂੰ ਮੇਰੀ ਮਾਂ ਦੀ ਯਾਦ ਆ ਰਹੀ ਸੀ। ਮੈਂ ਉਸਨੂੰ ਸਮਝਾ ਬੁਝਾ ਕੇ ਸੌਣ ਲਈ ਕਿਹਾ ਤੇ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਇਹੀ ਸੋਚਦੀ ਰਹੀ ਕਿ ਅੱਜ ਕੱਲ੍ਹ ਨੀਲਮ ਨੂੰ ਆਪਣੀ ਮਾਂ ਦੀ ਯਾਦ ਬਹੁਤ ਆਉਂਦੀ ਹੈ। ਕਿਤੇ ਕੁਝ ਉਸ ਨਾਲ ਗਲਤ ਨਾ ਹੋ ਜਾਵੇ। ਜੇ ਨੀਲਮ ਨਾਲ ਕੁਝ ਗਲਤ ਹੋ ਗਿਆ ਤਾਂ ਮੈਂ ਰਾਜ ਨੂੰ ਕੀ ਜਵਾਬ ਦੇਵਾਂਗੀ? ਉਸ ਦਾ ਤਾਂ ਮੇਰੇ ਤੇ ਵਿਸ਼ਵਾਸ ਹੀ ਟੁੱਟ ਜਾਵੇਗਾ। ਉਹ ਮੇਰੇ ਤੇ ਕਿੰਨਾ ਵਿਸ਼ਵਾਸ ਕਰਦਾ ਹੈ। ਜੇਕਰ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੀ ਭੈਣ ਦੀ ਕਿਹੋ ਜਿਹੀ ਪਰਵਰਿਸ਼ ਕੀਤੀ ਹੈ ਤਾਂ ਮੈਂ ਕੀ ਕਹਾਂਗੀ? ਮੇਰੇ ਕੋਲ ਉਸਨੂੰ ਸੰਤੁਸ਼ਟ ਕਰਨ ਲਈ ਕੋਈ ਜਵਾਬ ਨਹੀਂ ਸੀ। ਮੈਂ ਰਾਤ ਨੂੰ ਜਿੰਨੀ ਵਾਰੀ ਉੱਠ ਕੇ ਦੇਖਿਆ, ਨੀਲਮ ਦੇ ਕਮਰੇ ਦੀ ਲਾਈਟ ਚੱਲ ਰਹੀ ਸੀ। ਏਦਾਂ ਹੀ ਪਰੇਸ਼ਾਨੀ ਵਿੱਚ ਮੈਂ ਸੌਂ ਨਾ ਪਾਈ। ਜਦੋਂ ਦੇਖਿਆ ਸਵੇਰ ਦੇ 5 ਵੱਜ ਗਏ ਸੀ ਤੇ ਅਲਾਰਮ ਵੱਜਣ ਲੱਗਾ। ਮੈਂ ਅਲਾਰਮ ਬੰਦ ਕਰਕੇ ਕਮਰੇ ਤੋਂ ਬਾਹਰ ਆਈ ਤਾਂ ਮੈਂ ਦੇਖਿਆ ਨੀਲਮ ਦੇ ਕਮਰੇ ਦੀ ਲਾਈਟ ਹੁਣ ਬੰਦ ਹੋਈ ਸੀ। ਪਰ ਮੈਂ ਤਾਂ ਸੋਚਿਆ ਸੀ ਕਿ ਉਹ ਬਾਹਰ ਆਏਗੀ ਤੇ ਕਰੇਗੀ, ਜੋ ਕਿ ਉਹਦਾ ਹੁਣ ਤੱਕ ਦਾ ਇਹੀ ਨਿਯਮ ਸੀ। ਪਰ ਹੁਣ ਕੁਝ ਦਿਨਾਂ ਤੋਂ ਆਰਤੀ ਕਰਨਾ ਵੀ ਬੰਦ ਕਰ ਦਿੱਤਾ ਸੀ। ਫਿਰ ਮੈਂ ਸੋਚਿਆ ਕਿ ਉਸ ਦਾ ਆਪਣਾ ਪਰਸਨਲ ਮਾਮਲਾ ਹੈ, ਪਰ ਮੈਂ ਉਸ ਨੂੰ ਇਸ ਲਈ ਕੁਝ ਨਾ ਕਿਹਾ। ਮੈਨੂੰ ਇਹ ਸੀ ਕਿ ਜੇ ਉਸ ਦਾ ਦਿਲ ਕਰੇਗਾ ਕਿ ਮੈਂ ਭਗਵਾਨ ਦੀ ਪੂਜਾ ਕਰਨੀ ਹੈ ਤਾਂ ਉਹ ਆਪੇ ਹੀ ਕਰ ਲਏਗੀ। ਮੈਂ ਨਹਾ ਧੋ ਕੇ ਫਰੈਸ਼ ਹੋ ਕੇ ਰਸੋਈ ਵਿੱਚ ਆ ਰਹੀ ਤੇ ਨਾਸ਼ਤਾ ਬਣਾਉਣ ਲੱਗੀ। ਇੰਨੇ ਨੂੰ ਨੀਲਮ ਵੀ ਤਿਆਰ ਹੋ ਕੇ ਕਾਲਜ ਜਾਣ ਲਈ ਰਸੋਈ ਵਿੱਚ ਆ ਕੇ ਨਾਸ਼ਤਾ ਕਰਨ ਲੱਗੀ। ਨੀਲਮ ਨੂੰ ਕਿਹਾ ਕਿ ਨੀਲਮ, ਅੱਜ ਅਕੈਡਮੀ ਤੋਂ ਛੁੱਟੀ ਕਰ ਲੈ ਤੇ ਘਰ ਜਲਦੀ ਆ ਜਾਈਂ, ਮੈਨੂੰ ਕੁਝ ਕੰਮ ਹੈ। ਨੀਲਮ ਨੇ ਕਿਹਾ, ਭਾਬੀ, ਛੁੱਟੀ ਕਿਉਂ ਕਰਨੀ ਹੈ? ਕੀ ਕੰਮ ਹੈ? ਮੈਂ ਕਿਹਾ, ਅੱਜ ਤੇਰੇ ਲਈ ਸ਼ਾਪਿੰਗ ਕਰਨੀ ਹੈ। ਬਹੁਤ ਟਾਈਮ ਤੋਂ ਤੈਨੂੰ ਕੋਈ ਡਰੈਸ ਨਹੀਂ ਦਵਾਈ। ਇੰਨੇ ਵਿੱਚ ਨੀਲਮ ਨੇ ਮੁਸਕਰਾ ਕੇ ਕਿਹਾ, ਭਾਬੀ, ਇਹਦੇ ਲਈ ਛੁੱਟੀ ਦੀ ਕੀ ਲੋੜ ਹੈ? ਤੁਸੀਂ ਜੋ ਵੀ ਲੈ ਕੇ ਆਓਗੇ ਮੈਂ ਉਸਨੂੰ ਪਸੰਦ ਕਰ ਲਵਾਂਗੀ ਅਤੇ ਖੁਸ਼ੀ-ਖੁਸ਼ੀ ਪਾ ਲਵਾਂਗੀ। ਪਰ ਅੱਜ ਉਸਨੇ ਛੁੱਟੀ ਲੈਣ ਤੋਂ ਮਨਾ ਕਰ ਦਿੱਤਾ। ਅੱਗੇ ਤਾਂ ਨੀਲਮ ਸ਼ਾਪਿੰਗ ਦੇ ਨਾਲ ਮੇਰਾ ਅਕੈਡਮੀ ਜਾਣਾ ਬਹੁਤ ਜ਼ਰੂਰੀ ਹੈ, ਮੈਂ ਛੁੱਟੀ ਨਹੀਂ ਕਰ ਸਕਦੀ। ਮੈਂ ਬਹੁਤ ਹੈਰਾਨ ਸੀ ਕਿ ਅੱਜ ਉਸਨੂੰ ਅਜਿਹਾ ਕੀ ਹੋ ਗਿਆ ਸੀ। ਅੱਜ ਉਹ ਕਿਉਂ ਰਾਜ਼ੀ ਨਹੀਂ ਸੀ? ਮੈਨੂੰ ਘਬਰਾਹਟ ਜਿਹੀ ਹੋਣ ਲੱਗੀ। ਮੈਂ ਨੀਲਮ ਦੀ ਅਕੈਡਮੀ ਗਈ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਅੱਜ ਤਾਂ ਉੱਥੇ ਛੁੱਟੀ ਹੈ, ਕਿਉਂਕਿ ਉਹਨਾਂ ਦੀ ਟੀਚਰ ਦਾ ਵਿਆਹ ਸੀ। ਇਸ ਲਈ 1 ਹਫ਼ਤਾ ਉੱਥੇ ਕਿਸੇ ਨੇ ਨਹੀਂ ਆਉਣਾ ਸੀ। ਮੈਨੂੰ ਤਾਂ ਚਿੰਤਾ ਹੋਣ ਲੱਗੀ ਕਿ ਮੈਂ ਰਾਜ ਨੂੰ ਕੀ ਜਵਾਬ ਦੇਵਾਂਗੀ। ਕਿਸੇ ਦੀ ਧੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਮੈਨੂੰ ਪਰੇਸ਼ਾਨੀ ਹੋ ਰਹੀ ਸੀ ਕਿ ਮੈਂ ਰਾਜ ਨੂੰ ਕੀ ਕਹਾਂ। ਦੁਪਹਿਰ ਦੀ ਰੋਟੀ ਮੈਂ ਇਕੱਲੇ ਖਾਂਦੀ ਸੀ, ਪਰ ਅੱਜ ਮੇਰੇ ਪਾਣੀ ਦਾ ਘੁੱਟ ਵੀ ਨਹੀਂ ਲੰਘ ਰਿਹਾ ਸੀ। ਮੈਂ ਘਰ ਆਈ। ਸ਼ਾਮ ਤੱਕ ਮੈਂ ਇਸੇ ਗੁੱਸੇ ਵਿੱਚ ਜਲਦੀ ਰਹੀ ਕਿ ਉਹ ਮੈਨੂੰ ਝੂਠ ਕਿਉਂ ਬੋਲਦੀ ਹੈ। ਨੀਲਮ ਆਪਣੇ ਟਾਈਮ ਤੇ ਹੀ ਘਰ ਆਈ। ਮੈਂ ਉਸਨੂੰ ਆਉਂਦੇ ਹੀ ਆਪਣੇ ਕਮਰੇ ਵਿੱਚ ਹੱਥ ਫੜ ਕੇ ਲੈ ਗਈ ਤੇ ਪੁੱਛਿਆ ਕਿ ਕਿੱਥੇ ਗਈ ਸੀ। ਉਸਨੇ ਕਿਹਾ, ਅਕੈਡਮੀ ਗਈ ਸੀ।
ਹੋਰ ਕਿੱਥੇ ਗਈ ਸੀ? ਮੈਂ ਕਿਹਾ, ਝੂਠ ਕਿਉਂ ਬੋਲ ਰਹੀ ਹੈ? ਅਕੈਡਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ। ਤੈਨੂੰ ਪਤਾ ਹੈ ਮੈਂ ਕਿੰਨੀ ਪਰੇਸ਼ਾਨ ਹਾਂ। ਮੈਂ ਅੱਜ ਆਨੰਦ ਦਾ ਇੱਕ ਵੀ ਦਾਣਾ ਨਹੀਂ ਖਾਧਾ। ਮੈਨੂੰ ਸੱਚ ਦੱਸ, ਤੂੰ ਕਿੱਥੇ ਜਾਨੀ ਹੈ? ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਭਾਬੀ ਬਸ ਇੰਨੀ ਗੱਲ ਤੇ ਤੁਸੀਂ ਪਰੇਸ਼ਾਨ ਹੋ ਗਏ ਹੋ? ਤੁਸੀਂ ਰੋਟੀ ਵੀ ਨਹੀਂ ਖਾਈ? ਤੁਸੀਂ ਘਬਰਾਓ ਨਾ। ਮੈਂ ਕਿਹਾ, ਤੈਨੂੰ ਇੰਨੀ ਕੁ ਗੱਲ ਲੱਗਦੀ ਹੈ? ਮੇਰੀ ਜਾਨ ਨਿਕਲ ਗਈ। ਉਸਨੇ ਕਿਹਾ, ਭਾਬੀ ਏਦਾਂ ਦੀ ਕੋਈ ਗੱਲ ਨਹੀਂ ਹੈ। ਅਕੈਡਮੀ ਦੀਆਂ ਛੁੱਟੀਆਂ ਪੈ ਗਈਆਂ ਸੀ ਤੇ ਮੇਰੀ ਸਹੇਲੀ ਹੈ ਨਾ, ਉਹ ਮੈਨੂੰ ਆਪਣੇ ਘਰ ਲੈ ਜਾਂਦੀ ਹੈ। ਉਹ ਕਹਿੰਦੀ ਕਿ ਜਦੋਂ ਤੱਕ ਅਕੈਡਮੀ ਨਹੀਂ ਖੁੱਲ੍ਹਦੀ ਆਪਾਂ ਇਕੱਠੇ ਹੀ ਪੜ੍ਹ ਲਿਆ ਕਰਾਂਗੇ। ਫਿਰ ਮੈਂ ਸੋਚਿਆ ਕਿ ਅਕੈਡਮੀ ਹੋਵੇ ਜਾਂ ਦੋਸਤ ਦਾ ਘਰ, ਪੜ੍ਹਾਈ ਤਾਂ ਕਰਨੀ ਹੀ ਹੈ। ਤੁਹਾਨੂੰ ਇਸ ਲਈ ਨਹੀਂ ਦੱਸਿਆ ਕਿ ਤੁਸੀਂ ਕਿਹੜਾ ਮੈਨੂੰ ਪੜ੍ਹਨ ਤੋਂ ਮਨਾ ਕਰਨਾ ਹੈ। ਫਿਰ ਉਹ ਮੈਨੂੰ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਣ ਲੱਗੀ ਤਾਂ ਮੇਰਾ ਮੂਡ ਕੁਝ ਠੀਕ ਹੋ ਗਿਆ ਸੀ। ਅਗਲੇ ਦਿਨ ਉਸਨੇ ਕਾਲਜ ਤੋਂ ਛੁੱਟੀ ਖਾਸ ਮੇਰੇ ਕਰਕੇ ਲਈ ਸੀ। ਉਸਨੂੰ ਕਿਹਾ ਕਿ ਚੱਲ ਤੈਨੂੰ ਨਵੇਂ ਕੱਪੜੇ ਲੈ ਦਿੰਨੀ ਹਾਂ। ਉਸਨੇ ਕਿਹਾ, ਨਹੀਂ, ਮੈਂ ਨਵੇਂ ਕੱਪੜੇ ਨਹੀਂ ਲੈਣੇ ਭਾਬੀ। ਮੈਨੂੰ ਤੁਹਾਡਾ ਲੈਮਨ ਕਲਰ ਦਾ ਸੂਟ ਬਹੁਤ ਪਸੰਦ ਹੈ। ਤੁਸੀਂ ਮੈਨੂੰ ਉਹ ਦੇ ਦੇਵੋ, ਮੈਂ ਉਸ ਨੂੰ ਪਾ ਲਵਾਂਗੀ। ਮੈਂ ਉਸਨੂੰ ਕਿਹਾ ਕਿ ਤੂੰ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ? ਮੈਂ ਤੈਨੂੰ ਆਪਣੇ ਪੁਰਾਣੇ ਕੱਪੜੇ ਕਿੱਦਾਂ ਦੇ ਸਕਦੀ ਹਾਂ? ਉਸਨੇ ਕਿਹਾ, ਤੁਸੀਂ ਮੇਰੀ ਮਾਂ ਦੇ ਸਮਾਨ ਹੋ। ਤੁਹਾਡੇ ਕੱਪੜੇ ਮੇਰੇ ਲਈ ਉਤਾਰ ਕਿੱਦਾਂ ਹੋ ਸਕਦੇ ਨੇ? ਉਸ ਦੀ ਜਿੱਦ ਦੇ ਅੱਗੇ ਮੈਂ ਚੁੱਪ ਕਰ ਗਈ ਤੇ ਉਸ ਨੂੰ ਆਪਣੀ ਅਲਮਾਰੀ ਵਿੱਚੋਂ 4-5 ਡਰੈਸਾਂ ਉਹ ਦਿੱਤੀਆਂ ਕਿ ਬਹੁਤ ਵਧੀਆ ਸੀ, ਪਰ ਮੇਰਾ ਦਿਲ ਬਿਲਕੁਲ ਨਹੀਂ ਕਰ ਰਿਹਾ ਸੀ ਕਿ ਮੈਂ ਉਸ ਨੂੰ ਆਪਣੇ ਪੁਰਾਣੇ ਕੱਪੜੇ ਦੇਵਾਂ ਤੇ ਨਾ ਹੀ ਮੈਨੂੰ ਇਹ ਗੱਲ ਚੰਗੀ ਲੱਗਦੀ ਸੀ। ਕੱਪੜੇ ਲੈਂਦੇ ਹੋਏ ਨੀਲਮ ਦਾ ਮੂੰਹ ਉਦਾਸ ਸੀ। ਹਰ ਵਾਰ ਉਸ ਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਨੀਲਮ ਤੋਂ ਪੁੱਛਣਾ ਬੇਕਾਰ ਸੀ ਕਿਉਂਕਿ ਉਹ ਹਰ ਵਾਰੀ 100 ਬਹਾਨੇ ਬਣਾ ਕੇ ਮੈਨੂੰ ਟਾਲ ਦਿੰਦੀ ਸੀ। ਅਕੈਡਮੀ ਹਾਲੇ ਖੁੱਲ੍ਹੀ ਨਹੀਂ ਸੀ, ਪਰ ਨੀਲਮ ਹਾਲੇ ਵੀ ਆਪਣੀ ਦੋਸਤ ਦੇ ਘਰ ਪੜ੍ਹਨ ਜਾਂਦੀ ਸੀ। ਮੈਂ ਵੀ ਉਸ ਨੂੰ ਨਹੀਂ ਰੋਕਿਆ ਸੀ ਕਿਉਂਕਿ ਮੈਨੂੰ ਵੀ ਉਸ 'ਤੇ ਪੂਰਾ ਯਕੀਨ ਸੀ। ਅੱਜ ਵੀ ਨੀਲਮ ਕਾਲਜ ਤੋਂ ਸਿੱਧੀ ਆਪਣੀ ਸਹੇਲੀ ਦੇ ਘਰ ਚਲੀ ਗਈ। ਅੱਜ ਰਾਜ ਘਰ ਸੀ। ਪਤਾ ਨਹੀਂ ਅਚਾਨਕ ਮੇਰੇ ਦਿਲ ਵਿੱਚ ਕੀ ਆਇਆ। ਇੱਕਦਮ ਕਹਿਣ ਲੱਗੀ ਕਿ ਰਾਜ, ਨੀਲਮ ਦੇ ਹੁੰਦੇ ਘਰ ਵਿੱਚ ਕਿੰਨੀ ਰੌਣਕ ਰਹਿੰਦੀ ਹੈ ਅਤੇ ਉਸ ਦੇ ਜਾਂਦੇ ਹੀ ਘਰ ਵਿੱਚ ਸਰਨਾਟਾ ਛਾ ਜਾਂਦਾ ਹੈ। ਸੋਚੋ, ਜਦੋਂ ਉਸ ਦਾ ਵਿਆਹ ਹੋਵੇਗਾ ਤਾਂ ਕੀ ਬਣੇਗਾ? ਕਾਸ਼ ਆਪਾਂ ਨੂੰ ਵੀ ਪਰਮਾਤਮਾ ਨੇ ਬੱਚੇ ਦਿੱਤੇ ਹੁੰਦੇ ਤਾਂ ਇਸ ਘਰ ਵਿੱਚ ਉਹਨਾਂ ਦੀਆਂ ਕਿਲਕਾਰੀਆਂ ਗੂੰਜਦੀਆਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵਿਆਹ ਕਰ ਲਓ ਤਾਂ ਜੋ ਇਸ ਘਰ ਵਿੱਚ ਵੀ ਰੌਣਕ ਹੋ ਜਾਵੇ। ਰਾਜ ਨੇ ਕਿਹਾ, ਰੇਸ਼ਮਾ ਅੱਜ ਕਹਿ ਦਿੱਤਾ, ਅੱਗੇ ਤੋਂ ਨਾ ਕਹੀਂ। ਮੈਂ ਤੈਨੂੰ ਪਿਆਰ ਕਰਦਾ ਹਾਂ, ਤੇਰੇ ਬਿਨਾਂ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ। ਜੋ ਵੀ ਤੂੰ ਮੇਰੇ ਲਈ ਕੀਤਾ ਹੈ ਉਸ ਦਾ ਸਿਲਾ ਮੈਂ ਤੇਰੇ ਸਿਰ 'ਤੇ ਸੌਂਕਣ ਲਿਆ ਦੇਵਾਂ। ਮੈਂ ਇਹ ਨਹੀਂ ਕਰ ਸਕਦਾ। ਮੈਨੂੰ ਵੀ ਬੱਚੇ ਦੀ ਕਮੀ ਲੱਗਦੀ ਹੈ, ਪਰ ਸ਼ਾਇਦ ਆਪਣੀ ਕਿਸਮਤ ਵਿੱਚ ਇਹੀ ਲਿਖਿਆ ਹੈ। ਉਸੇ ਵਕਤ ਮੇਰੀ ਨਜ਼ਰ ਸਾਹਮਣੇ ਖੜੀ ਨੀਲਮ 'ਤੇ ਪਈ। ਉਹ ਸਾਡੇ ਕੋਲ ਆਉਣ ਦੀ ਬਜਾਏ ਆਪਣੇ ਕਮਰੇ ਵਿੱਚ ਚਲੀ ਗਈ। ਰਾਜ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਮੈਂ ਉਸ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਅੱਜ ਫੇਰ ਉਸ ਦੀਆਂ ਅੱਖਾਂ ਲਾਲ ਲੱਗੀਆਂ। ਮੈਂ ਕਿਹਾ, ਕੀ ਗੱਲ ਹੈ ਨੀਲਮ, ਤੂੰ ਅੱਜ ਫੇਰ ਰੋਈ ਹੈ? ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਕਹਿਣ ਲੱਗੀ ਕਿ ਮਾਂ ਦੀ ਯਾਦ ਆ ਗਈ। ਮੈਂ ਕਿਹਾ, ਨੀਲਮ ਅੱਜ ਕੱਲ੍ਹ ਤੂੰ ਮਾਂ ਨੂੰ ਬਹੁਤ ਯਾਦ ਕਰਦੀ ਹੈ। ਮੈਂ ਮੰਨਦੀ ਹਾਂ ਕਿ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਮੈਂ ਵੀ ਤੈਨੂੰ ਆਪਣੀ ਧੀ ਵਾਂਗ ਪਾਲਿਆ ਹੈ। ਕੋਈ ਕਮੀ ਨਹੀਂ ਛੱਡੀ। ਜਿੰਨਾ ਮੈਥੋਂ ਹੋ ਸਕਿਆ ਓਨਾ ਹੀ ਮੈਂ ਕੀਤਾ ਹੈ। ਮੈਂ ਵੀ ਤੇਰੀ ਮਾਂ ਵਾਂਗ ਹੀ ਹਾਂ। ਤੈਨੂੰ ਏਦਾਂ ਕਿਉਂ ਲੱਗਦਾ ਹੈ ਕਿ ਤੇਰੀ ਜ਼ਿੰਦਗੀ ਵਿੱਚ ਮਾਂ ਦੀ ਕਮੀ ਹੈ? ਉਹ ਕਹਿਣ ਲੱਗੀ ਕਿ ਤੁਸੀਂ ਤਾਂ ਮੈਨੂੰ ਮਾਂ ਤੋਂ ਵੱਧ ਕੇ ਪਿਆਰ ਦਿੱਤਾ ਹੈ, ਪਰ ਕਦੀ-ਕਦੀ ਮਾਂ ਦੀ ਯਾਦ ਆ ਜਾਂਦੀ ਹੈ। ਮੈਂ ਥੋੜ੍ਹੀ ਦੇਰ ਨੀਲਮ ਕੋਲ ਬੈਠੀ ਤੇ ਫਿਰ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਨੀਲਮ ਨੇ ਕੁਝ ਅਜਿਹਾ ਕੀਤਾ ਕਿ ਮੈਂ ਹੈਰਾਨ ਰਹਿ ਗਈ। ਉਹ ਬਾਥਰੂਮ ਵਿੱਚ ਸੀ ਤੇ ਨਹਾਉਣ ਲਈ ਗਈ। ਜਦੋਂ ਬਾਹਰ ਆਈ, ਉਸਨੇ ਮੇਰਾ ਮੈਲਾ ਸੂਟ ਪਾਇਆ ਹੋਇਆ ਸੀ। ਮੈਂ ਉਸਨੂੰ ਕਿਹਾ ਕਿ ਇਹ ਤੂੰ ਕੀ ਕੀਤਾ ਹੈ? ਤਾਂ ਉਸਨੇ ਕਿਹਾ, ਭਾਬੀ ਇਸ ਵਿੱਚੋਂ ਤੁਹਾਡੀ ਖੁਸ਼ਬੂ ਆਉਂਦੀ ਹੈ। ਮੈਂ ਕਿਹਾ, ਨੀਲਮ, ਜੇ ਪਾਉਣਾ ਹੀ ਹੈ ਤੂੰ ਸਾਫ਼ ਕੱਪੜੇ ਪਾਉਂਦੀ, ਤੂੰ ਮੇਰਾ ਗੰਦਾ ਸੂਟ ਕਿਉਂ ਪਾਇਆ ਹੈ? ਮੈਲਾ ਸੂਟ ਪਾਉਣ ਦੀ ਕੀ ਲੋੜ ਸੀ? ਨੀਲਮ ਕਹਿਣ ਲੱਗੀ, ਭਾਬੀ ਸੂਟ ਨੂੰ ਧੋ ਕੇ ਤੁਹਾਡੀ ਖੁਸ਼ਬੂ ਚਲੀ ਜਾਂਦੀ ਹੈ, ਇਸ ਲਈ ਮੈਂ ਤੁਹਾਡਾ ਮੈਲਾ ਸੂਟ ਪਾਉਂਦੀ ਹਾਂ। ਹਾਲੇ ਨੀਲਮ ਨੂੰ ਸੂਟ ਪਾਏ 15 ਹੀ ਮਿੰਟ ਹੋਏ ਸੀ ਕਿ ਰਾਜ ਆ ਗਏ। ਹੁਣ ਇਹ ਰੋਜ਼ ਹੀ ਹੋਣ ਲੱਗਾ ਸੀ। ਉਹ ਰੋਜ਼ ਰਾਜ ਦੇ ਆਉਣ ਤੋਂ 15 ਮਿੰਟ ਪਹਿਲਾਂ ਮੇਰਾ ਗੰਦਾ ਸੂਟ ਪਾ ਲੈਂਦੀ ਸੀ। ਰਾਜ ਨੇ ਮੈਨੂੰ ਕਿਹਾ, ਨੀਲਮ ਤੇਰੇ ਕੱਪੜੇ ਕਿਉਂ ਪਾਉਂਦੀ ਹੈ? ਮੈਂ ਕਿਹਾ, ਨਹੀਂ ਰਾਜ, ਨੀਲਮ ਕੋਲ ਤਾਂ ਬਹੁਤ ਕੱਪੜੇ ਨੇ। ਮੈਂ ਉਸ ਦਿਨ ਉਸਨੂੰ ਕਿਹਾ ਸੀ ਕਿ ਚੱਲ ਤੇਰੇ ਲਈ ਕੱਪੜੇ ਲੈ ਕੇ ਆਉਂਦੇ ਹਾਂ, ਪਰ ਉਸਨੇ ਮੈਨੂੰ ਮਨਾ ਕਰ ਦਿੱਤਾ। ਰਾਜ ਨੂੰ ਮੇਰੀ ਗੱਲ ਦਾ ਸੱਚ ਨਹੀਂ ਆਇਆ। ਮੈਨੂੰ ਇਹ ਸੀ ਕਿਤੇ ਉਹ ਇਹ ਤਾਂ ਨਹੀਂ ਸੋਚਦੇ ਕਿ ਮੈਂ ਉਸਦੀ ਭੈਣ ਨੂੰ ਜਾਣਬੁੱਝ ਕੇ ਆਪਣਾ ਅਤਾਰ ਪਵਾਉਂਦੀ ਹਾਂ। ਅਗਲੇ ਦਿਨ ਮੈਂ ਨਹਾਉਣ ਤੋਂ ਬਾਅਦ ਨਾਲ ਦੀ ਨਾਲ ਆਪਣਾ ਸੂਟ ਧੋ ਦਿੱਤਾ ਤਾਂ ਜੋ ਨੀਲਮ ਮੇਰੇ ਗੰਦੇ ਕੱਪੜੇ ਨਾ ਪਾ ਸਕੇ।
ਪਰ ਇੰਨੀ ਗੱਲ ਤੇ ਉਸਨੇ ਸਿਰ ਤੇ ਘਰ ਚੁੱਕ ਲਿਆ। ਕਹਿਣ ਲੱਗੀ, ਭਾਬੀ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਉਤਰੇ ਕੱਪੜੇ ਪਾਉਂਦੀ ਹਾਂ, ਫਿਰ ਤੁਸੀਂ ਆਪਣੇ ਕੱਪੜੇ ਕਿਉਂ ਧੋਏ? ਰਾਜ ਦੇ ਆਉਣ ਦਾ ਸਮਾਂ ਹੋ ਰਿਹਾ ਸੀ। ਮੈਂ ਉਸਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਬਾਰ-ਬਾਰ ਘੜੀ ਵੱਲ ਦੇਖ ਰਹੀ ਸੀ। ਨੀਲਮ ਕਹਿਣ ਲੱਗੀ, ਭਾਬੀ ਤੁਸੀਂ ਹੋਰ ਕੱਪੜੇ ਪਾ ਲਓ, ਇਹ ਮੈਨੂੰ ਦੇ ਦੇਵੋ, ਮੈਂ ਪਾ ਲਵਾਂਗੀ। ਹੁਣ ਤਾਂ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਾ ਸੀ। ਰਾਜ ਦੇ ਆਉਣ ਦਾ ਸਮਾਂ ਸੀ, ਮੈਂ ਘਰ ਵਿੱਚ ਕੋਈ ਅਸ਼ਾਂਤੀ ਨਹੀਂ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਕੱਪੜੇ ਬਦਲੇ ਤੇ ਹੋਰ ਪਾ ਲਏ ਅਤੇ ਨੀਲਮ ਨੇ ਮੇਰੇ ਉਤਰੇ ਕੱਪੜੇ ਪਾ ਲਏ ਤੇ ਖੁਸ਼ ਹੋ ਗਈ ਸੀ। ਮੈਂ ਹੁਣ ਪਤਾ ਕਰਨਾ ਸੀ ਕਿ ਆਖਰ ਗੱਲ ਕੀ ਹੈ। ਅਗਲੇ ਦਿਨ ਐਤਵਾਰ ਸੀ। ਨੀਲਮ ਤੇ ਰਾਜ ਨਾਲ ਹੀ ਦੀ ਦੁਕਾਨ ਤੋਂ ਰਾਸ਼ਨ ਲੈਣ ਚਲੇ ਗਏ। ਮੇਰੇ ਕੋਲ ਇਹੀ ਮੌਕਾ ਸੀ। ਮੈਂ ਉਸ ਦੇ ਕਮਰੇ ਵਿੱਚ ਗਈ ਤੇ ਬੈੱਡ ਤੇ ਮੇਰਾ ਕੱਲ੍ਹ ਵਾਲਾ ਸੂਟ ਪਿਆ ਸੀ। ਮੈਂ ਸਿਰਹਾਣੇ ਪਰੇ ਕੀਤੇ, ਬਹੁਤ ਹੀ ਗੰਦੀ ਬਦਬੂ ਆ ਰਹੀ ਸੀ। ਸ਼ਾਇਦ ਮੇਰੇ ਗੰਦੇ ਕੱਪੜੇ ਵਿੱਚੋਂ ਹੀ ਆ ਰਹੀ ਸੀ। ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੇ ਸੂਟ 'ਤੇ ਖੂਨ ਲੱਗਾ ਸੀ। ਉਸ ਨੂੰ ਹੱਥ ਲਾਉਣ ਦਾ ਦਿਲ ਨਹੀਂ ਕਰ ਰਿਹਾ ਸੀ। ਮੈਂ ਜਲਦੀ ਨਾਲ ਕੱਪੜੇ ਦੂਰ ਸੁੱਟ ਦਿੱਤੇ। ਐਨੇ ਨੂੰ ਨੀਲਮ ਅੰਦਰ ਆ ਗਈ ਤੇ ਮੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਕਹਿਣ ਲੱਗੀ, ਭਾਬੀ ਤੁਸੀਂ ਇੱਥੇ? ਮੈਂ ਉਸਨੂੰ ਕਿਹਾ, ਇਹ ਸਭ ਕੀ ਹੈ, ਮੈਨੂੰ ਸੱਚ ਦੱਸ, ਨਹੀਂ ਤਾਂ ਮੈਂ ਆਪਣਾ ਮਾਂ-ਧੀ ਵਾਲਾ ਰਿਸ਼ਤਾ ਹੀ ਅੱਜ ਖ਼ਤਮ ਕਰ ਦੇਣਾ ਹੈ। ਉਹ ਰੋਣ ਲੱਗ ਪਈ ਅਤੇ ਮੇਰੇ ਪੈਰਾਂ ਵਿੱਚ ਪੈ ਗਈ ਤੇ ਕਹਿਣ ਲੱਗੀ ਕਿ ਨਹੀਂ ਭਾਬੀ, ਜੇਕਰ ਤੁਸੀਂ ਏਦਾਂ ਕੀਤਾ ਤਾਂ ਮੈਂ ਮਰ ਜਾਵਾਂਗੀ। ਮੈਂ ਉਸ ਨੂੰ ਮੋਢਿਆਂ ਤੋਂ ਚੁੱਕਿਆ ਤੇ ਕਿਹਾ ਕਿ ਮੈਨੂੰ ਸੱਚ ਦੱਸ ਕਿ ਤੂੰ ਮੇਰੇ ਉਤਰੇ ਗੰਦੇ ਕੱਪੜੇ ਕਿਉਂ ਪਾਉਂਦੀ ਹੈ? ਨੀਲਮ ਨੇ ਕਿਹਾ ਕਿ ਮੇਰੇ ਤੋਂ ਤੁਹਾਡਾ ਦੁੱਖ ਨਹੀਂ ਦੇਖਿਆ ਜਾਂਦਾ। ਜਦੋਂ ਕੋਈ ਵੀ ਤੁਹਾਨੂੰ ਬਾਂਝ ਕਹਿ ਕੇ ਬੁਲਾਉਂਦਾ ਹੈ ਤਾਂ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਹੈ। ਕਦੀ-ਕਦੀ ਤਾਂ ਮੈਂ ਇੰਨਾ ਡਰ ਜਾਂਦੀ ਹਾਂ ਕਿ ਕਿਤੇ ਮੇਰਾ ਭਰਾ ਦੂਜਾ ਵਿਆਹ ਹੀ ਨਾ ਕਰਵਾ ਲਵੇ। ਤੁਹਾਡੀ ਸੁੰਨੀ ਗੋਦ ਦੇਖਦੀ ਹਾਂ ਤਾਂ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ। ਮੈਂ ਬਹੁਤ ਦੁਖੀ ਹੋ ਜਾਂਦੀ ਹਾਂ। ਫਿਰ ਮੈਂ ਸਾਰੀ ਗੱਲ ਆਪਣੀ ਸਹੇਲੀ ਨੂੰ ਦੱਸੀ। ਉਹਨੇ ਮੈਨੂੰ ਇੱਕ ਅਜਿਹੀ ਔਰਤ ਕੋਲ ਲੈ ਗਈ ਜੋ ਜਾਦੂ ਟੋਣਾ ਕਰਦੀ ਸੀ। ਉਸਨੇ ਮੈਨੂੰ ਕਿਹਾ ਕਿ ਤੂੰ ਆਪਣੀ ਭਾਬੀ ਦੇ ਉਤਾਰੇ ਹੋਏ ਗੰਦੇ ਕੱਪੜੇ ਪਾ ਕੇ ਮੇਰੇ ਕੋਲ ਆਈ, ਮੈਂ ਉਸ ਦੀ ਬਿਮਾਰੀ ਤੇਰੇ 'ਤੇ ਕਰ ਦੇਵਾਂਗੀ। ਇਹ ਤੂੰ ਲਗਾਤਾਰ 9 ਦਿਨ ਕਰਨਾ ਹੈ, ਸਭ ਠੀਕ ਹੋ ਜਾਵੇਗਾ। ਫਿਰ ਮੈਂ ਏਦਾਂ ਹੀ ਕਰਦੀ ਰਹੀ। 10ਵੇਂ ਦਿਨ ਉਸਨੇ ਕਿਹਾ ਕਿ ਹੁਣ ਜੋ ਤੂੰ ਕਰਨਾ ਹੈ ਉਹ ਘਰ ਹੀ ਕਰਨਾ ਹੈ। ਉਸਨੇ ਕਿਹਾ ਕਿ ਤੂੰ ਹਰ ਰੋਜ਼ ਸ਼ਾਮ ਦੇ 7 ਵਜੇ ਆਪਣੀ ਭਾਬੀ ਦੇ ਉਤਰੇ ਹੋਏ ਗੰਦੇ ਕੱਪੜੇ ਪਾਈ ਅਤੇ ਜੋ ਮੈਂ ਤੈਨੂੰ ਮੁਰਗੀ ਦਾ ਖੂਨ ਦਿੱਤਾ ਹੈ ਉਹ ਉਸ 'ਤੇ ਲਗਾਉਣਾ ਹੈ। ਉਹ ਕੱਪੜੇ ਤੂੰ ਪੂਰੀ ਰਾਤ ਪਾਉਣੇ ਨੇ। ਭਾਬੀ, ਹਲੇ 21 ਦਿਨਾਂ ਵਿੱਚੋਂ 8 ਹੀ ਦਿਨ ਹੋਏ ਨੇ। ਦੇਖਣਾ, 21 ਦਿਨ ਪੂਰੇ ਹੁੰਦੇ ਹੀ ਤੁਹਾਡੀ ਬਿਮਾਰੀ ਮੇਰੇ ਵਿੱਚ ਆ ਜਾਵੇਗੀ ਤੇ ਤੁਸੀਂ ਮਾਂ ਬਣ ਜਾਵੋਗੇ। ਮੈਂ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ, ਜੋ ਕਿ ਰਿਸ਼ਤੇ ਵਿੱਚ ਮੇਰੀ ਨਣਦ ਸੀ। ਉਹ ਮੈਨੂੰ ਇੰਨਾ ਪਿਆਰ ਕਰਦੀ ਸੀ ਕਿ ਸ਼ਾਇਦ ਕੋਈ ਸਕੀ ਧੀ ਵੀ ਆਪਣੀ ਮਾਂ ਨਾਲ ਨਹੀਂ ਕਰ ਸਕਦੀ। ਮੈਂ ਉਸ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ। ਮੈਂ ਉਸ ਨੂੰ ਕਿਹਾ ਕਿ ਨੀਲਮ, ਮੈਨੂੰ ਮਾਫ਼ ਕਰ ਦੇ, ਮੈਂ ਤੇਰੇ 'ਤੇ ਸ਼ੱਕ ਕੀਤਾ ਤੇ ਤੂੰ ਪਾਗਲ ਹੈ ਜੋ ਮੇਰੇ ਲਈ ਇੰਨੀ ਵੱਡੀ ਕੁਰਬਾਨੀ ਦੇਣ ਜਾ ਰਹੀ ਸੀ। ਮੈਂ ਇੰਨੀ ਵੀ ਪਾਗਲ ਨਹੀਂ ਕਿ ਤੇਰੀਆਂ ਖੁਸ਼ੀਆਂ ਦਾ ਗਲਾ ਘੋਟ ਕੇ ਆਪ ਖੁਸ਼ ਹੋਵਾਂ। ਮੈਨੂੰ ਅਜਿਹੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਜੋ ਤੈਨੂੰ ਦੁੱਖ ਦੇਣ। ਤੇ ਮੈਂ ਨੀਲਮ ਨੂੰ ਕਿਹਾ ਕਿ ਇਹ ਸਭ ਅੰਧ ਵਿਸ਼ਵਾਸ ਹੈ, ਅਜਿਹਾ ਕੁਝ ਨਹੀਂ ਹੁੰਦਾ। ਮੈਨੂੰ ਪਰਮਾਤਮਾ ਨੇ ਔਲਾਦ ਦੇਣੀ ਹੁੰਦੀ ਤਾਂ ਉਹ ਪਹਿਲਾਂ ਹੀ ਦੇ ਦਿੰਦਾ। ਹੁਣ ਮੈਨੂੰ ਔਲਾਦ ਦੀ ਜ਼ਰੂਰਤ ਨਹੀਂ, ਕਿਉਂਕਿ ਤੂੰ ਜੋ ਮੇਰੇ ਕੋਲ ਹੈ। ਤੇ ਮੈਂ ਨੀਲਮ ਦਾ ਮੱਥਾ ਚੁੰਮ ਲਿਆ। ਮੈਂ ਅੱਜ ਤੱਕ ਦੀ ਗੱਲ ਰਾਜ ਨੂੰ ਨਹੀਂ ਦੱਸੀ, ਕਿਉਂਕਿ ਧੀਆਂ ਦੇ ਕੁਝ ਰਾਜ ਹੁੰਦੇ ਨੇ ਜੋ ਮਾਵਾਂ ਕੋਲ ਹੀ ਸੁਰੱਖਿਅਤ ਹੁੰਦੇ ਨੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਲਾਈਕ ਸ਼ੇਅਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨੋਟੀਫਿਕੇਸ਼ਨ ਬੈਲ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਜਲਦੀ ਤੇ ਸਭ ਤੋਂ ਪਹਿਲਾਂ ਪਹੁੰਚੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।